ਦੀ ਪਾਵਨ ਗੋਦ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋ ਰਹੀ ਹੈ। ਜਦੋਂ ਆਪਾਂ ਗੁਰੂ ਕੀ ਹਜ਼ੂਰੀ ਅੰਦਰ ਬੈਠ ਕੇ ਗੁਰੂ ਕੀ ਬਾਣੀ ਲਾਹੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਹਾਂ, ਸੋ ਅੱਜ ਆਪਾਂ ਦੋ ਵਿਸ਼ਿਆਂ ਤੇ ਵਿਚਾਰ ਕਰਨੀ ਹੈ ਜੋ ਪਿਛਲੇ ਦਿਨੀ 14 ਤਰੀਕ ਨੂੰ ਜੋ ਦੋ ਦਿਹਾੜੇ ਬੀਤੇ ਹਨ। ਇੱਕ ਤੇ ਮਾਘ ਮਹੀਨੇ ਦੀ ਸੰਗਰਾਂਦ, ਜਿਸ ਨੂੰ ਮਾਘੀ ਕਰਕੇ ਵੀ ਜਾਣਿਆ ਜਾਂਦਾ ਹੈ। ਸੋ ਇਸ ਦਾ ਹਿੰਦੁਸਤਾਨ ਤੇ ਪੁਰਾਤਨ ਕੀ ਪ੍ਰਭਾਵ, ਮਾਘੀ ਦੇ ਨਾਂ ਤੇ ਕੀ ਕਰਮਕਾਂਡ ਕੀਤੇ ਜਾਂਦੇ ਸਨ ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿਵੇਂ ਸਮਝਾਇਆ ਇਹਨਾਂ ਕਰਮਕਾਂਡਾਂ ਤੋਂ ਬਚਣ ਵਾਸਤੇ। ਔਰ ਦੂਸਰਾ ਮਹਾਨ ਦਿਹਾੜਾ, ਜਿਸ ਨੂੰ ਟੁੱਟੀ ਗੰਢੀ ਦਿਵਸ ਜਾਂ ਮੁਕਤਸਰ ਦੀ ਜੰਗ ਦੇ 40 ਮੁਕਤਿਆਂ ਦੇ ਦਿਹਾੜੇ ਕਰਕੇ ਵੀ ਜਾਣਿਆ ਜਾਂਦਾ ਹੈ। ਬੇਸ਼ੱਕ ਜਿਹੜੀ ਮੁਕਤਸਰ ਦੀ ਜੰਗ ਹੈ, ਜਿਸ ਨੂੰ ਖਿਦਰਾਣੇ ਦੀ ਢਾਬ ਉਸ ਵੇਲੇ ਕਿਹਾ ਜਾਂਦਾ ਸੀ, ਇਸ ਦਾ ਸੰਬੰਧ 1 ਤੇ 2 ਮਈ ਇਤਿਹਾਸ ਵਿੱਚ ਜ਼ਿਕਰ ਹੈ। 1705 ਨੂੰ ਇਹ ਜੰਗ ਹੋਈ ਹੈ। ਪਰ ਇਹ ਪੁਰਾਤਨ ਸਮੇਂ ਤੋਂ, ਕਿਉਂਕਿ ਆਪਾਂ ਜਾਣਦੇ ਹਾਂ ਮਾਲਵੇ ਦਾ ਇਲਾਕਾ, ਜਿਹੜਾ ਮੁਕਤਸਰ, ਮਲੋਟ, ਬਠਿੰਡੇ ਦਾ ਇਲਾਕਾ, ਰੇਗਿਸਤਾਨ, ਰੇਤ ਦਾ ਇਲਾਕਾ, ਉੱਥੇ ਪਾਣੀ ਦੀ ਬੜੀ ਕਮੀ ਸੀ। ਖਾਸ ਕਰ ਗਰਮੀਆਂ ਵਿੱਚ ਬੜੀ ਮੁਸ਼ਕਲ ਆਉਂਦੀ ਸੀ, ਜਿਸ ਕਰਕੇ ਸਾਡੇ ਵਡੇਰਿਆਂ ਨੇ ਇਹ ਦਿਹਾੜਾ ਜਿਹੜਾ ਉਹ ਮਾਘੀ ਦੀ ਸੰਗਰਾਂਦ ਵਾਲੇ ਦਿਨ ਇਸ ਨੂੰ ਮਨਾਉਣ ਦਾ ਜਿਹੜਾ ਸੀ ਉਹ ਆਰੰਭਤਾ ਕੀਤੀ, ਜਿਸ ਦੇ ਦੋ ਕਾਰਨ ਸਨ। ਇੱਕ ਤਾਂ ਇਸ ਇਲਾਕੇ ਵਿੱਚ ਪਾਣੀ ਦੀ ਥੋੜ੍ਹ, ਕਿਉਂਕਿ ਦੂਰ ਦਰਾਡੇ ਤੋਂ ਲੋਕ ਆਉਂਦੇ ਸਨ। ਉਸ ਵੇਲੇ ਜਿਹੜੇ ਆਵਾਜਾਈ ਦੇ ਸਾਧਨ ਉਹ ਊਠ, ਘੋੜੇ, ਬਲਦ ਸਨ। ਜਿੱਥੇ ਮਨੁੱਖਾਂ ਨੂੰ ਪਾਣੀ ਪੀਣ ਦੀ ਪਰੇਸ਼ਾਨੀ ਆਉਂਦੀ ਸੀ, ਉੱਥੇ ਇਹਨਾਂ ਪਸ਼ੂਆਂ ਵਾਸਤੇ ਵੀ ਪਰੇਸ਼ਾਨੀ ਆਉਂਦੀ ਸੀ ਮਈ ਦੇ ਮਹੀਨੇ ਵਿੱਚ, ਜਿਸ ਕਾਰਨ ਇਹ ਜਿਹੜਾ ਜੋੜ ਮੇਲਾ ਹੈ ਉਹ ਮਾਘੀ ਦੀ ਸੰਗਰਾਂਦ ਤੇ ਮਨਾਉਣਾ ਆਰੰਭ ਹੋਇਆ। ਇੱਕ ਤਾਂ ਇਹ ਕਾਰਨ ਸੀ, ਔਰ ਦੂਸਰਾ ਇਸ ਦਾ ਕਾਰਨ ਕਿ ਪੁਰਾਤਨ ਹਿੰਦੁਸਤਾਨੀ ਜਿਹੜਾ ਸਨਾਤਨ ਧਰਮ ਵਿੱਚ ਮਾਘੀ ਦੇ ਇਸ਼ਨਾਨ ਨੂੰ ਬੜਾ ਮਹੱਤਵ ਦਿੱਤਾ ਗਿਆ ਸੀ ਕਿ ਪ੍ਰਯਾਗ ਖਾਸ ਕਰ ਤੇ ਹੋਰ ਤੀਰਥ ਸਥਾਨਾਂ ਤੇ ਜਾ ਕੇ ਇਸ਼ਨਾਨ ਕਰਨ ਦੀ ਮਹੱਤਤਾ ਬੜੀ ਸੀ। ਸੋ ਗੁਰਸਿੱਖ ਘੱਟੋ ਘੱਟ ਇਸ ਪਖੰਡ ਤੋਂ ਬਚ ਸਕਣ ਤੇ ਉਹ ਇਹਨਾਂ ਅਨਮਤੀ ਤੀਰਥ ਸਥਾਨਾਂ ਤੇ ਜਾਣ ਦੀ ਬਜਾਏ ਮੁਕਤਸਰ ਆਪਣੇ 40 ਮੁਕਤਿਆਂ ਨੂੰ ਤੇ ਗੁਰੂ ਸਾਹਿਬ ਜੀ ਦੀਆਂ ਕਰਨੀਆਂ ਨੂੰ ਯਾਦ ਕਰਨ ਵਾਸਤੇ ਆਉਣ। ਸੋ ਇਸ ਵਾਸਤੇ ਵੀ ਇਹ ਦਿਹਾੜਾ ਜਿਹੜਾ ਇੱਥੇ ਮਨਾਉਣਾ ਮੁਕਰਰ ਕੀਤਾ ਗਿਆ ਸੀ। ਸੋ ਆਪਾਂ ਜਦੋਂ ਹਿੰਦੁਸਤਾਨ ਦੇ ਪੁਰਾਣੇ ਇਤਿਹਾਸ ਨੂੰ ਵਾਚਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਮਾਘੀ ਦੀ ਸੰਗਰਾਂਦ ਜਿਹੜੀ ਹੈ, ਜਿਸ ਨੂੰ ਮਕਰ ਸੰਕ੍ਰਾਂਤੀ ਦੇ ਨਾਂ ਤੇ ਯੂਪੀ, ਬਿਹਾਰ ਵਿੱਚ ਅੱਜ ਵੀ ਬੜੇ ਮਹੱਤਤਾ ਦਿੱਤੀ ਜਾਂਦੀ ਹੈ, ਮਨਾਇਆ ਜਾਂਦਾ ਸੀ। ਔਰ ਉੱਥੇ ਪ੍ਰਯਾਗ ਦਾ ਅਸਥਾਨ ਹੈ ਜਿਹੜਾ, ਜਿੱਥੇ ਦੋ ਨਦੀਆਂ ਦਾ ਮੇਲ ਹੁੰਦਾ ਹੈ, ਗੰਗਾ ਤੇ ਜਮਨਾ। ਭੂਗੋਲਿਕ ਤੌਰ ਤੇ ਦੋ ਨਦੀਆਂ ਮਿਲਦੀਆਂ ਨੇ, ਪਰ ਉਹਨਾਂ ਦੀ ਮਨੌਤ ਹੈ ਕਿ ਇੱਕ ਤੀਸਰੀ ਨਦੀ ਸਰਸਵਤੀ ਜਿਹੜੀ ਦਿਖਾਈ ਨਹੀਂ ਦਿੰਦੀ, ਉਹ ਗੁਪਤ ਰੂਪ ਵਿੱਚ ਇੱਥੇ ਆ ਕੇ ਉਸ ਦਾ ਮਿਲਾਪ ਹੁੰਦਾ ਹੈ। ਸੋ ਇਸ ਲਈ ਇਹਨੂੰ ਤ੍ਰਿਵੇਣੀ ਦਾ ਸੰਗਮ ਕਿਹਾ ਜਾਂਦਾ ਹੈ। ਸੋ ਉਸ ਦੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਬੜਾ ਪੁਰਾਤਨ ਸਮੇਂ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਸੀ ਕਿ ਇੱਥੇ ਇਸ਼ਨਾਨ ਕਰਨ ਨਾਲ ਮਨੁੱਖ ਦੇ ਪਾਪ ਧੁੱਪ ਜਾਂਦੇ ਨੇ ਔਰ ਉਸ ਦੇ ਜਿਹੜੇ ਬੁਰੇ ਕਰਮ ਨੇ, ਕੀਤੇ ਕਰਮ ਜਿਹੜੇ, ਉਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਸੋ ਅੱਜ ਵੀ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਦਿਨ ਤੇ ਉੱਥੇ ਜਾ ਕੇ ਇਸ਼ਨਾਨ ਕਰਦੇ ਨੇ। ਹੁਣ ਆਪਾਂ ਦੇਖਣਾ ਗੁਰਮਤਿ ਦਾ ਨਜ਼ਰੀਆ ਕੀ ਹੈ, ਗੁਰੂ ਸਾਹਿਬਾਨ ਨੇ ਇਸ ਦੇ ਬਾਰੇ ਵਿੱਚ ਸਾਨੂੰ ਕੀ ਹੁਕਮ ਦਿੱਤਾ। ਹੁਣੇ ਆਪਾਂ ਭਗਤ ਕਬੀਰ ਜੀ ਦਾ ਵੀ ਸ਼ਬਦ ਸੁਣਿਆ ਜਿਹੜਾ ਇਸੇ ਪ੍ਰਤਾਏ ਹੈ। ਤਾਂ ਕਬੀਰ ਸਾਹਿਬ ਕੀ ਕਹਿੰਦੇ ਨੇ ਰਹਾਉ ਦੀ ਪੰਕਤੀ ਵਿੱਚ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕਹਿੰਦੇ ਐ ਮਨੁੱਖੋ, ਐ ਸੰਸਾਰੀ ਲੋਕੋ, ਸਿਰਫ ਇੱਕ ਹੀ ਰਾਮ, ਇੱਕ ਵਾਹਿਗੁਰੂ ਦੀ ਪੂਜਾ ਕਰੋ। ਤੇ ਜੇ ਨਹਾਉਣਾ ਹੈ ਤੇ ਸੱਚਾ ਨਹਾਉਣਾ ਕੀ ਹੈ, ਸੱਚਾ ਇਸ਼ਨਾਨ ਕੀ ਹੈ, ਗੁਰ ਕੀ ਸੇਵਾ। ਤੇ ਪਾਤਸ਼ਾਹ ਜੀ ਨੂੰ ਜਦੋਂ ਪੁੱਛੀਏ ਗੁਰੂ ਸਾਹਿਬ ਨੂੰ ਕਿ ਪਾਤਸ਼ਾਹ ਜੀ ਗੁਰੂ ਦੀ ਸੇਵਾ ਕੀ ਹੈ, ਤਾਂ ਗੁਰਬਾਣੀ ਅੰਦਰ ਗੁਰੂ ਸਾਹਿਬ ਕਹਿੰਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ।
ਗੁਰੂ ਦੀ ਸੇਵਾ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ ਔਰ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਔਰ ਉਸ ਦੇ ਅਨੁਸਾਰ ਹੀ ਆਪਣਾ ਜੀਵਨ ਬਣਾਉਣਾ ਹੀ ਗੁਰੂ ਦੀ ਸੇਵਾ ਹੈ, ਸਭ ਤੋਂ ਉੱਤਮ ਸੇਵਾ। ਹੁਣ ਇਸ਼ਨਾਨ ਨੂੰ ਗੁਰੂ ਪਾਤਸ਼ਾਹ ਜੀ ਨੇ ਵੀ ਮਹੱਤਤਾ ਦਿੱਤੀ ਹੈ। ਗੁਰੂ ਪਾਤਸ਼ਾਹ ਜੀ ਵੀ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਗੁਰੂ ਪਾਤਸ਼ਾਹ ਜੀ ਵੀ ਕਹਿੰਦੇ ਨੇ ਕਿ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ, ਮਨੁੱਖ ਤੂੰ ਇਸ਼ਨਾਨ ਕਰ, ਪਰ ਉਹਦਾ ਲਾਭ ਕੋਈ ਪਰਮਾਰਥੀ ਲਾਭ ਨਹੀਂ ਗੁਰੂ ਪਾਤਸ਼ਾਹ ਦੱਸਦੇ ਇਸ਼ਨਾਨ ਕਰਨ ਦਾ। ਉਹ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਤਨ ਮਨ ਤਨ ਭਏ ਅਰੋਗਾ। ਹੁਣ ਇਸ਼ਨਾਨ ਨਾਲ ਤਨ ਤਾਂ ਅਰੋਗ ਹੋ ਸਕਦਾ ਹੈ, ਪਰ ਮਨ ਦੀ ਅਰੋਗਤਾ ਵਾਸਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਕਿ ਤਨ ਨੂੰ ਸੁੱਚਾ ਰੱਖਣ ਲਈ, ਤਨ ਦੀ ਅਰੋਗਤਾ ਲਈ ਇਸ਼ਨਾਨ ਜ਼ਰੂਰੀ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਜੇ ਇੱਕ ਦਿਨ 2 ਦਿਨ ਵੀ ਆਪਾਂ ਇਸ਼ਨਾਨ ਨਾ ਕਰੀਏ, ਕੁਦਰਤ ਵੱਲੋਂ ਅਜਿਹਾ ਸਿਸਟਮ ਬਣਿਆ ਕਿ ਸਾਡੇ ਸਰੀਰ ਵਿੱਚੋਂ, ਸਾਡੇ ਕੱਪੜਿਆਂ ਵਿੱਚੋਂ ਜਿਹੜੀ ਆ ਬਦਬੂ ਆਉਣੀ ਸ਼ੁਰੂ ਹੋ ਜਾਵੇ। ਸੋ ਹੌਲੀ ਹੌਲੀ ਕਿਰਮ ਬਣਨੇ ਸ਼ੁਰੂ ਹੋ ਜਾਣਗੇ। ਸੋ ਤਨ ਦੀ ਅਰੋਗਤਾ ਵਾਸਤੇ ਅੱਜ ਦੀ ਮੈਡੀਕਲ ਸਾਇੰਸ ਜਾਂ ਆਦਿ ਕਾਲ ਤੋਂ ਮਨੁੱਖ ਇਸ਼ਨਾਨ ਕਰਦਾ ਆ ਰਿਹਾ ਹੈ, ਪਰ ਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਮਨ ਦੀ ਉਚਤਾ, ਮਨ ਦੀ ਸੁਚਤਾ ਨਾਲ ਨਹੀਂ ਕਿਤੇ ਜੋੜਿਆ। ਸੁੱਚੇ ਇਹਨਾਂ ਆਖੀਐ ਬਹਿਨ ਜੋ ਪਿੰਡਾ ਧੋਏ, ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ। ਪਾਤਸ਼ਾਹ ਜੀ ਨੇ ਵਾਰ-ਵਾਰ ਗੁਰਬਾਣੀ ਦੇ ਅੰਦਰ ਇਹੀ ਸਮਝਾਇਆ ਕਿ ਇਸ਼ਨਾਨ ਕਰਨ ਦੇ ਨਾਲ ਕੋਈ ਵੀ ਮਨੁੱਖ ਸੁੱਚਾ ਨਹੀਂ ਹੁੰਦਾ। ਕੋਈ ਵੀ ਮਨੁੱਖ ਜਿਹੜਾ ਉਸਦੇ ਪਾਪ ਨਹੀਂ ਧੋਤੇ, ਉਸਦੇ ਜਿਹੜੇ ਮਨ ਦੇ ਵਿਕਾਰ ਉਹ ਦੂਰ ਨਹੀਂ ਹੁੰਦੀ। ਮਨ ਦੀ ਮੈਲ ਕਿੱਦਾਂ ਉਤਰਨੀ ਹੈ? ਉਹ ਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਹੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਜਨਮ ਕੇ ਕਿਲ ਵਿਖ ਲਾਥੇ ਪ੍ਰਗਟੇ ਭਲੇ ਸੰਜੋਗਾ। ਕਹਿੰਦੇ ਫਿਰ ਕੋਟਾਂ ਕੋਟਾਂਤਰਾਂ ਜਨਮਾਂ ਜਨਮਾਂ ਦੇ ਕਿਲ ਵਿਖ ਜਿਹੜੇ ਪਾਪ ਕੀਤੇ ਹੋਏ ਉਹ ਦੂਰ ਹੋ ਜਾਣਗੇ ਜੇ ਆਪਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦੇ ਹਾਂ। ਆਪਾਂ ਜਪਜੀ ਸਾਹਿਬ ਜੀ ਦੇ ਅੰਦਰ ਦੇਖੋ ਕਰਮ ਕਾਂਡਾਂ ਤੋਂ ਆਪਾਂ ਜਦੋਂ ਦੇਖਦੇ ਹਾਂ ਨਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਸ ਕਰਮ ਕਾਂਡੀ ਜੀਵਨ ਤੋਂ ਦੂਰ ਕਰਕੇ ਬਚਾਉਣ ਦਾ ਤੇ ਸਿੱਧਾ ਜਿਹਾ ਰਸਤਾ ਦੱਸਿਆ ਸੀ। ਸਿੱਧਾ ਰਸਤਾ ਉਹਨਾਂ ਨੇ ਦੱਸਿਆ ਕਿ ਜਿਸ ਦੇ ਵਿੱਚ ਮਨੁੱਖ ਤੂੰ ਆਪਣੀ ਕਿਰਤ ਕਰ, ਨਾਮ ਜਪ ਤੇ ਵੰਡ ਛਕ ਕੇ ਆਪਣਾ ਜੀਵਨ ਨਿਰਵਾਹ ਕਰ। ਤੈਨੂੰ ਕਿਸੇ ਵੀ ਕਿਸਮ ਦਾ ਕੋਈ ਪਖੰਡ ਕਰਮ ਕਾਂਡ ਕਰਨ ਦੀ ਜ਼ਰੂਰਤ ਨਹੀਂ ਹੈ। ਗੁਰੂ ਪਾਤਸ਼ਾਹ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਦੂਸਰੀ ਪੌੜੀ ਵਿੱਚ ਕਹਿੰਦੇ ਨੇ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਇਸ ਸੋਚ ਦਾ ਇੱਥੇ ਅਰਥ ਕਈ ਵਾਰ ਆਪਾਂ ਸੋਚਣਾ ਕਰਦੇ ਹਾਂ, ਪਰ ਇਸ ਦਾ ਅਰਥ ਇਹ ਨਹੀਂ ਆ। ਇਸ ਦਾ ਅਰਥ ਹੈ ਸੁੱਚਮ, ਸੁੱਚਮਤਾ। ਕਹਿੰਦੇ ਤੂੰ ਲੱਖਾਂ ਵਾਰ ਵੀ ਸੁੱਚ ਕਰ ਲਾ, ਬੇਸ਼ੱਕ ਆਪਣੇ ਸਰੀਰ ਨੂੰ ਸੁੱਚਾ ਕਰ ਲਾ, ਪਰ ਇਸ ਤਰ੍ਹਾਂ ਦੇ ਨਾਲ ਤੂੰ ਸੁੱਚਾ ਨਹੀਂ ਹੋਣਾ। ਆਪਾਂ ਸੁਖਮਨੀ ਸਾਹਿਬ ਦੇ ਅੰਦਰ ਵੀ ਪੜ੍ਹਦੇ ਹਾਂ, ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਉਸ ਦੇ ਅੰਦਰ ਵੀ ਗੁਰੂ ਪਾਤਸ਼ਾਹ ਜੀ ਸਾਨੂੰ ਇਹੀ ਸਮਝਾਉਂਦੇ ਨੇ ਕਿ ਰਾਤ ਦਿਨ ਮਨੁੱਖ ਸਰੀਰ ਦੀ ਸੁੱਚਮਤਾ ਵੱਲ ਲੱਗਾ ਹੋਇਆ, ਪਰ ਜਿਹੜੀ ਮਨ ਦੀ ਮੈਲ ਆ ਉਹ ਇਸ ਸੁੱਚਮਤਾ ਨਾਲ ਦੂਰ ਨਹੀਂ ਹੋਣੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਕਿ ਇਸ ਮਨ ਨੂੰ ਤਾਂ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਜਿਹਦੇ ਨਾਲ ਕਾਲਾ ਹੋਇਆ, ਪਰ ਇਹ ਜਿਹੜਾ ਮਨ ਹੈ ਇਹ ਬਾਹਰ ਦੇ ਇਸ਼ਨਾਨ ਨਾਲ ਕਦੇ ਵੀ ਸੁੱਚਾ ਨਹੀਂ ਹੋਣਾ। ਬੇਸ਼ੱਕ ਕੋਈ ਲੱਖ ਚੁੱਪੀਆਂ ਮਾਰ ਲੇ, ਕੋਈ 10 ਚੁੱਪੀਆਂ ਮਾਰ ਲੇ, 1000 ਚੁੱਪੀ ਮਾਰ ਲੇ, ਉਸ ਦੇ ਨਾਲ ਸਾਡੇ ਮਨ ਦੀ ਮੈਲ ਕਦੇ ਵੀ ਨਹੀਂ ਉਤਰਨੀ। ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਗੁਰੂ ਪਾਤਸ਼ਾਹ ਜੀ ਨੇ ਮੁਹਰ ਲਾ ਦਿੱਤੀ ਇਸ ਗੱਲ ਦੀ ਕਿ ਜਿੰਨੇ ਮਰਜ਼ੀ ਤੀਰਥਾਂ ਦੇ ਇਸ਼ਨਾਨ ਕਰ ਲਓ, ਇਸ ਮਨ ਦੀ ਮੈਲ ਜਿਹੜੀ ਹੈ ਉਹ ਉਸਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਇਸ ਨੇ ਦੂਰ ਹੋਣਾ। ਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਕਹਿੰਦੇ ਨੇ, ਤੀਰਥ ਦੀ ਮਹੱਤਤਾ ਕੀ ਹੈ? ਤੀਰਥ ਕੀ ਹੈ? ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ। ਕਹਿੰਦੇ ਤੀਰਥ ਨਹਾਉਣ ਜਾਓ ਜ਼ਰੂਰ, ਮਨਾ ਨਹੀਂ ਕਰਦੇ ਆਪਾਂ ਤੀਰਥ, ਪਰ ਕਿਹੜੇ ਤੀਰਥ ਦਾ ਇਸ਼ਨਾਨ ਕਰਨਾ? ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਜਿਹੜਾ ਉਹ ਬਾਹਰਲੇ ਤੀਰਥ ਬੇਸ਼ੱਕ ਆਪਾਂ ਸੰਸਾਰ ਤੇ ਬੜੇ ਨੇ, ਆਪਾਂ ਜਾਣਾ ਇਸ਼ਨਾਨ ਕਰਨਾ, ਪਰ ਜਿਹੜੀ ਮਨ ਦੀ ਮੈਲ ਦੀ ਗੱਲ ਜਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ, ਉਸ ਦੇ ਨਾਮ ਦਾ ਰਸ ਜਿਹੜਾ ਉਹੀ ਸਭ ਤੋਂ ਉੱਤਮ ਗੁਰੂ ਪਾਤਸ਼ਾਹ ਜੀ ਨੇ ਦੱਸਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਆਪਾਂ ਦਰਬਾਰ ਸਾਹਿਬ ਅਕਸਰ ਆਪਾਂ ਜਾਂਦੇ ਹਾਂ, ਜਦੋਂ ਲੰਗਰ ਹਾਲ ਵਾਲੇ ਪਾਸਿਓਂ ਆਪਾਂ ਮੱਥਾ ਟੇਕ ਕੇ ਐਂਟਰ ਹੁੰਦੇ ਹਾਂ
ਜਿੱਥੇ ਦੁੱਖ ਭੰਜਣੀ ਮੇਰੀ ਵੀ ਹੈ, ਉੱਥੇ ਜਦੋਂ ਬਿਲਕੁਲ ਸਾਹਮਣੇ ਮੱਥਾ ਟੇਕ ਕੇ ਆਪਾਂ ਨਾ ਸੱਜੇ ਹੱਥ ਇੱਕ ਥੜਾ ਬਣਿਆ ਹੋਇਆ, ਆਪਾਂ ਬਹੁਤੀ ਵਾਰ ਕੀ ਆ ਪਰਿਕਰਮਾ ਕਰਕੇ ਮੱਥਾ ਟੇਕ ਕੇ ਆ ਜਾਂਦੇ ਹਾਂ, ਆਪਾਂ ਉਸ ਜਗ੍ਹਾ ਦੀ ਫਿਲਾਸਫੀ ਨੂੰ, ਉਸ ਜਗ੍ਹਾ ਦੇ ਇਤਿਹਾਸ ਨੂੰ ਵਾਚਣ ਦਾ ਯਤਨ ਨਹੀਂ ਕਰਦੇ ਕਦੀ। ਉਹ ਥੜਾ ਜਿਹੜਾ ਬਣਿਆ ਉਸ ਦਾ ਨਾਮ ਗੁਰੂ ਅਰਜਨ ਪਾਤਸ਼ਾਹ ਜੀ ਨੇ ਰੱਖਿਆ ਸੀ 68 ਤੀਰਥ। ਉੱਥੇ ਬੈਠ ਕੇ ਉਸ ਥੜੇ ਦੇ ਗੁਰੂ ਪਾਤਸ਼ਾਹ ਜੀ ਉਪਦੇਸ਼ ਵੀ ਦਿਆ ਕਰਦੇ ਸਨ, ਵਿਖਿਆਨ ਵੀ ਕਰਦੇ ਸਨ। ਉਸ ਥੜੇ ਦਾ ਨਾਂ ਹੀ ਉਹਨਾਂ ਨੇ 68 ਤੀਰਥ ਰੱਖਿਆ ਸੀ। ਤੇ ਇਹ ਸਿੱਖਾਂ ਨੇ ਜਦੋਂ ਪੁੱਛਿਆ ਵੀ ਗੁਰੂ ਪਾਤਸ਼ਾਹ ਜੀ 68 ਤੀਰਥ ਕਿਉਂ ਆ, ਤੇ ਗੁਰੂ ਪਾਤਸ਼ਾਹ ਨੇ ਦੱਸਿਆ ਕਿ ਹਿੰਦੂ ਧਰਮ ਵਿੱਚ ਬੜਾ ਮਹੱਤਵ ਆ 68 ਤੀਰਥਾਂ ਦੇ ਇਸ਼ਨਾਨ ਦਾ। ਕਹਿੰਦੇ ਜਦੋਂ ਕੋਈ ਸਿੱਖ ਆਣ ਕੇ ਇਸ ਜਗ੍ਹਾ ਤੇ ਅੰਮ੍ਰਿਤ ਸਰੋਵਰ ਵਿੱਚ ਚੁੱਭੀ ਮਾਰ ਕੇ ਤੇ ਹਰਮੰਦਰ ਵਿੱਚ ਜਾ ਕੇ ਗੁਰੂ ਦੇ ਸ਼ਬਦ ਦਾ ਕੀਰਤਨ, ਗੁਰੂ ਦਾ ਸ਼ਬਦ ਸਰਵਣ ਕਰੇਗਾ ਤੇ ਉਸ ਦਾ ਸਮਝ ਲਓ 68 ਤੀਰਥਾਂ ਦਾ ਇਸ਼ਨਾਨ ਦਾ ਮਹੱਤਵ ਉਸ ਨੂੰ ਮਿਲ ਜਾਵੇਗਾ। ਸੋ ਇੰਨੀ ਬਰਕਤ, ਇੰਨੀ ਕਿਰਪਾ ਗੁਰੂ ਦੇ ਸ਼ਬਦ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਹਰ ਤਰ੍ਹਾਂ ਦੇ ਕਰਮ ਕਾਂਡ ਤੋਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਚਾਇਆ। ਤੇ ਕਬੀਰ ਸਾਹਿਬ ਜਿਵੇਂ ਕਹਿ ਰਹੇ ਨੇ, ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਨੇ ਕਛੂ ਨਾ ਹੋਵੇ ਨਾਹੀ ਰਾਮ ਇਆਨਾ। ਕਹਿੰਦੇ ਜੇ ਇਹ ਮਨੁੱਖ ਤੂੰ 68 ਤੀਰਥਾਂ ਦੇ ਇਸ਼ਨਾਨ ਕਰਦਾ ਤੇ ਤੁਰਿਆ ਫਿਰਦਾ, ਪਰ ਤੇਰੇ ਅੰਦਰ ਜੇ ਮੈਲ ਆ, ਜੇ ਤੇਰੇ ਅੰਦਰ ਹੀ ਮੈਲ ਆ, ਬਾਹਰ ਦੀ ਮੈਲ ਧੋਤੀ ਨਾ, ਤੇਰਾ ਕੋਈ ਲਾਹਾ ਤੈਨੂੰ ਪ੍ਰਾਪਤ ਹੋਣ ਵਾਲਾ ਨਹੀਂ ਆ। ਕਹਿੰਦੇ ਕਿ ਤੂੰ ਲੋਕਾਂ ਨੂੰ ਭਰਮਾ ਸਕਦਾ ਕਿ ਮੈਂ 68 ਤੀਰਥਾਂ ਦਾ ਇਸ਼ਨਾਨੀ ਆ, ਮੈਂ 68 ਤੀਰਥਾਂ ਦੇ ਇਸ਼ਨਾਨ ਕਰਕੇ ਆਇਆ, ਪਰ ਉਹ ਪਰਮਾਤਮਾ, ਉਹ ਪਰਮੇਸ਼ਰ, ਉਹ ਨਿਆਣਾ ਨਹੀਂ ਹੈ, ਉਹ ਤੇਰੇ ਇਸ ਭਰਮ ਵਿੱਚ, ਤੇਰੇ ਇਸ ਪਖੰਡ ਦੇ ਕਰਮ ਵਿੱਚ ਆਉਣ ਵਾਲਾ ਨਹੀਂ ਹੈ। ਤੇ ਅੱਗੇ ਕੀ ਕਹਿੰਦੇ ਨੇ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਅਗਲੀ ਪੰਕਤੀ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਕਿ ਇੱਕ ਰਾਮ, ਇੱਕ ਵਾਹਿਗੁਰੂ ਪਰਮੇਸ਼ਰ ਦੀ ਹੀ ਆਰਾਧਨਾ ਕਰੋ ਤੇ ਸੱਚਾ ਨਾਵਣ ਕੀ ਆ, ਗੁਰੂ ਦੀ ਸੇਵਾ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਨੇ ਕਛੂ ਨਾ ਹੋਵੇ ਨਾਹੀ ਰਾਮ ਇਆਨਾ। ਸੋ ਪਾਤਸ਼ਾਹ ਜੀ ਕਹਿੰਦੇ ਨੇ, ਜਲ ਕੇ ਮੱਜਨ ਜੇ ਗੱਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਕਿੱਡੀ ਵੱਡੀ ਉਦਾਹਰਨ ਕਬੀਰ ਸਾਹਿਬ ਨੇ ਦਿੱਤੀ ਹੈ ਸਾਡੇ ਇਸ ਭਰਮ ਨੂੰ ਦੂਰ ਕਰਨ ਵਾਸਤੇ। ਕਹਿੰਦੇ ਜੇ ਜਲ ਦੇ ਇਸ਼ਨਾਨ ਨਾਲ ਹੀ ਗਤੀ ਹੋਣੀ ਹੁੰਦੀ ਕਿਸੇ ਦੀ, ਤੇ ਡੱਡੂ ਤਾਂ ਰਹਿੰਦਾ ਹੀ ਜਲ ਵਿੱਚ। ਜਲ ਕੇ ਮੱਜਨ ਜੇ ਗੱਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਕੋਏ ਨਾਲ ਫਿਰ ਫਿਰ ਜੋਨੀ ਆਵੇ। ਕਹਿੰਦੇ ਜਿਸ ਦੇ ਇਹ ਮਨ ਵਿੱਚ ਭਰਮ ਪਿਆ ਹੋਇਆ ਨਾ ਕਿ ਤੀਰਥਾਂ ਦੇ ਇਸ਼ਨਾਨ ਨਾਲ ਹੀ ਮੇਰੀ ਮੁਕਤੀ ਹੋ ਜਾਣੀ ਹੈ, ਤੇ ਜਿਵੇਂ ਡੱਡੂ ਜਿਹੜਾ ਉਹ ਵਾਰ-ਵਾਰ ਜਨਮਾਂ ਦੇ ਚੱਕਰ ਵਿੱਚ ਪਿਆ ਹੋਇਆ, ਜਨਮਾਂ ਦੇ ਗੇੜ ਵਿੱਚ, ਤੈਸੇ ਹੀ ਉਸ ਮਨੁੱਖ ਦਾ ਹਾਲ ਹੈ। ਇਸੇ ਤਰ੍ਹਾਂ ਉਹ ਮਨੁੱਖ ਜਿਹੜਾ ਇਸ ਭਰਮ ਭੁਲੇਖੇ ਵਿੱਚ ਪਿਆ ਹੋਇਆ, ਉਹ ਵੀ ਮੁੜ-ਮੁੜ ਵਾਰ-ਵਾਰ ਉਸ ਨੂੰ ਜਿਹੜਾ ਇਸ ਮਨੁੱਖਾ ਜਨਮ ਵਿੱਚ ਆਉਣਾ ਪੈਂਦਾ, ਉਸ ਨੂੰ ਵੀ ਵਾਰ-ਵਾਰ ਜਨਮਾਂ ਦੇ ਗੇੜ ਵਿੱਚੋਂ ਦੀ ਲੰਘਣਾ ਪੈਂਦਾ ਹੈ। ਸੋ ਕਿੱਡੀ ਮਹਾਨ ਗੱਲ ਜਿਹੜੀ ਕਬੀਰ ਸਾਹਿਬ, ਕਿੱਡੇ ਕ੍ਰਾਂਤੀਕਾਰੀ ਭਗਤ ਹੋਏ ਨੇ ਉਸ ਵੇਲੇ ਦੇ। ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਛਿਆ ਜਾਈ। ਸੋ ਇਹ ਗੱਲ ਜਿਹੜੀ ਪ੍ਰਾਤਨ ਸਮੇਂ ਤੋਂ ਪ੍ਰਸਿੱਧ ਸੀ ਕਿ ਜਿਹੜਾ ਮਨੁੱਖ ਬਨਾਰਸ ਵਿੱਚ ਮਰੇਗਾ ਨਾ, ਉਹਨੂੰ ਕਾਂਸ਼ੀ ਵੀ ਕਿਹਾ ਜਾਂਦਾ ਹੈ, ਉਸ ਦੀ ਮੁਕਤੀ ਹੋ ਜਾਵੇਗੀ। ਤੇ ਉਸ ਦੇ ਉਲਟ ਕੋਲ ਹੀ ਉੱਥੋਂ ਥੋੜੀ ਦੂਰੀ ਤੇ ਇੱਕ ਨਗਰ ਸੀ ਹੜੰਬਾ, ਜਿਸ ਨੂੰ ਮਗਧ ਵੀ ਕਿਹਾ ਜਾਂਦਾ ਹੈ। ਜਿਹੜਾ ਹੜੰਬੇ ਵਿੱਚ ਮਰੇਗਾ ਉਹ ਨਰਕ ਵਿੱਚ ਚਲਾ ਜਾਵੇਗਾ। ਪਰ ਕਬੀਰ ਸਾਹਿਬ ਵੀ ਕਹਿੰਦੇ ਨੇ, ਜੇ ਮਨ ਦਾ ਹੀ ਕਠੋਰ ਹੈ, ਤੇਰਾ ਮਨ ਹੀ ਪਵਿੱਤਰ ਨਹੀਂ ਹੋਇਆ, ਤੂੰ ਬਨਾਰਸ ਵਿੱਚ ਵੀ ਬੇਸ਼ੱਕ ਚੜ੍ਹਾਈ ਕਰ ਜਾਏਗਾ, ਪਰ ਤੈਨੂੰ ਨਰਕਾਂ ਦੀ ਪ੍ਰਾਪਤੀ ਹੋਣੀ। ਤੇਰਾ ਨਰਕ ਜਿਹੜਾ ਉਹ ਤੋਂ ਮੁਕਤੀ ਨਹੀਂ ਮਿਲਣੀ ਤੈਨੂੰ। ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਛਿਆ ਜਾਈ, ਹਰ ਕਾ ਸੰਤ ਮੜੈ ਹੜੰਬੈ ਤਾਂ ਸਗਲੀ ਸੈਨ ਤਰਾਈ। ਕਹਿੰਦੇ ਜਿਹੜਾ ਹਰੀ ਦਾ ਸੰਤ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਮਨੁੱਖ ਹੈ, ਉਹ ਬੇਸ਼ੱਕ ਮਗਧ ਵਿੱਚ ਹੜੰਬੇ ਵਿੱਚ ਵੀ ਉਸ ਦਾ ਅੰਤਲਾ ਸਮਾਂ ਆ ਜਾਵੇਗਾ, ਉਸ ਦੀ ਮੌਤ ਹੋ ਜਾਵੇਗੀ, ਉਹ ਤਾਂ ਵੀ ਸਿਰਫ ਆਪ ਹੀ ਨਹੀਂ ਤਰੇਗਾ, ਆਪਣੇ ਆਸ-ਪਾਸ, ਆਪਣੇ ਪਰਿਵਾਰ ਨੂੰ, ਆਪਣੇ ਸੰਗਤ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਤਾਰ ਦਿੰਦਾ ਹੈ। ਸੋ ਇੰਨੀ ਮਹਾਨਤਾ ਉਸ ਪਰਮੇਸ਼ਰ ਦੇ ਨਾਮ ਦੀ ਕਬੀਰ ਸਾਹਿਬ ਜੀ ਕਰ ਰਹੇ ਨੇ। ਸੋ ਆਖਿਰੀ ਪੰਕਤੀ ਵਿੱਚ ਕਹਿੰਦੇ ਨੇ, ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ, ਤਹਾਂ ਬਸੈ ਨਿਰੰਕਾਰਾ, ਕਹੋ ਕਬੀਰ ਨਾ ਤਿਸੈ ਧਿਆਵੋ, ਬਾਵਰਿਆ ਸੰਸਾਰਾ। ਕਹਿੰਦੇ ਜਿੱਥੇ ਨਾ ਦਿਨ ਹੈ ਨਾ ਰਾਤ ਹੈ, ਉਸ ਨੂੰ ਸਾਰੀਆਂ ਚੀਜ਼ਾਂ ਤੋਂ ਉਹ ਦੂਰ ਹੈ ਪਰਮੇਸ਼ਰ। ਜਿੱਥੇ ਕੋਈ ਵੇਦ ਤੇ ਸ਼ਾਸਤਰ ਜਿੱਥੇ ਨਹੀਂ ਹਨ, ਉੱਥੇ ਉਹ ਨਿਰੰਕਾਰ ਵਸਦਾ ਹੈ।
जो मनुख आत्मक जीवन करके उस अवस्था ਨੂੰ प्राप्त हो जाता है, उस परमेश्वर में अभेद हो जाता है, उसनों इस गल की समझ आती है। कहते कह कबीर नर तिसे ध्याओ बावरिया संसारा। कहते है कमलिया संसार, क्यों तू तीर्थां ते भटकदा फिरदा ते अपना जन्म जिहड़ा उहनूं व्यर्थ गवा रहा है, क्यों अपनी इस मनुखा जन्म के कीमती समय तू अजाई गवा रहा। सिर्फ ते सिर्फ एक परमेश्वर, एक परमात्मा की बंदगी कर, जिस दे नाल तेरा पार उतारा होना है। सो गुरु साहब सानू उपदेश करते हैं, माघ महीने का जो 12 माह माघ के अंदर पाठ आप सरवण करते हैं। सो जिथे गुरु साहब जिहड़ा गुरु साहब का आप रोजाना का हुक्मनामा लेंदे हैं, जिथे वो साडा रोज़ का हुक्म है साडे वास्ते, इस तरह जिहड़ा 12 माह माघ के अंदर गुरु पातशाह जी ने 12 महीनों की गल करके सानू उपदेश दिता है। उस महीने में होने वाले कर्मकांड, उस महीने के मौसम नूं संबंध ध्यान में रखते हुए गुरु पातशाह जी ने सानू कि उस महीने में असी की करना, ये उपदेश दिता है। सो माघ के महीने में की उपदेश कहते हैं, माघ मजन संग साधुआं धूड़ी कर इशनान, हर का नाम ध्याए सुन सबना नूं करदान। सो गुरु पातशाह जी इत्थे भी सानू यही उपदेश करते हैं कि ए गुरसिखो तुसीं माघ के महीने में किहड़ा इशनान करना, तुसीं कहते संगत करनी है, गुरसिखां दी, भगत जनां दी, साधुआं दी संगत करनी है। ते साधुआं दी संगत करके ही जिथे तुसीं आप उस परमेश्वर वाहिगुरू अकाल पुरख के नाम नूं जपना है, उत्थे दूसरियां नूं भी प्रेरणा देनी है, सबना नूं करदान, दूसरियां नूं भी प्रेरणा करके इस दर वाल लैके आना है। जिहड़े अजे तक नहीं जुड़े उन्हां नूं भी ये समझाउणा है कि माघ के महीने का असल लाहा जिहड़ा वो तीर्थां के इशनान नाल तैनूं प्राप्त नहीं होना, गुरु के शब्द की विचार के नाल ही माघ महीना जिहड़ा वो तेरा असल इशनान जिहड़ा वो कीता होया। ते फिर गुरु पातशाह जी अगे पंक्ति कही कहंदे ने, सच्चे मार्ग चलदियां उस्तत करे जहान। जदों तू सच के रस्ते ते चलेगा तो सारा जहान तेरी वडियाई करेगा, तेरी तारीफ करेगा। सो दूसरा जिहड़ा दिहाड़ा जिसकी आपां गल कीती, जो महान पवित्र दिहाड़ा जिन्हों आपां कह लईए, गुरु पातशाह जी आपां जानते हैं सारे, जदों आनंदपुर साहब विच बेअंत फौजां ने घेरा पा लिया, लम्मा समा उत्थे बाहर तो राशन जिहड़ा सी उसकी सप्लाई मुक गई, पानी भी आउणा जिहड़ा मुश्किल हो गया। सो गुरु साहिब जिथे बहुत तरह के दुख ने इस संसार में, भुख भी एक बड़ा वड्डा दुख है। आम तौर पर आप सारे जानते हैं, क्योंकि साडा सारिਆਂ ਦਾ वाह पैंदा इस गल नाल, एक दिन भी जे किते सानूं भुखे रहना पै जावे तो मुश्किल हो जाता, साडा हाल बेहाल हो जाता। सो इस भुख के कारण ही बहुत सारे जिहड़े सिख वो गुरु पातशाह जी नूं बार-बार कह रहे सन कि सतगुरु जी सानूं एक किला छड़ देना चाहिए, किला खाली कर देना चाहिए। पर गुरु क्योंकि समर्थ गुरु जानी जान है, गुरु साहब भविख के बारे में जानते हैं जो वर्तारा वापरन वाला है। सो कुछ सिख जिहड़े सन उस वेले उत्थों आनंदपुर साहब के किले तो गुरु पातशाह जी जिन्होंने आप इतिहास में बिदावा लिखते हैं लिख के आ गए, जिस दे बारे में बेशक अज इतिहासकारां दी वख-वख राय है। जदों आप मुक्तियां की गल करते हैं तो 40 की गल करते हैं, पर कुछ इतिहासकार कहते हैं कि 40 नहीं उत्थों ज़्यादा सिंह जिहड़े वो छड्ड के आए सन, जिन्हां विच माझे के इलाके के अमृतसर के ਝਬਾਲ पिंड का रहने वाला भाई भाग सिंह जिन्हां दा मोहरी सी, ते उसके बहुत सारे साथी जिहड़े उत्थों आनंदपुर साहब तो किला छड्ड के आ गए सन। जदों उत्थों आ गए तो जदों पिंडां विच जिहड़े उस वेले सिख सन, जिन्हां विच भाई महा सिंह ते माई भाग कौर जी का विशेष तौर पर जिक्र आउंदा है, जदों उन्हां नूं पता लगा कि अजिहे मुश्किल समय विच ये सिख जिहड़े गुरु साहब का साथ छड्ड के आ गए ने, ते उन्होंने समझाउण दा यतन किया कि तुहानूं इस तरह नहीं सी करना चाहिए। गुरु समर्थ है, गुरु का दिता ही साडा जीवन है। सो जे ये जीवन गुरु के लेखे किते लग जाता तो इस तो वड्डे भाग तुहाडे होर नहीं सन हो सकते। सो इन्हां दी प्रेरणा दे नाल ये सारे सिख फिर गुरु साहब जी के दर्शनां नूं उत्थों चलदे ने। इन्हां नूं पता लगदा कि दीना कांगड़ के इलाके में गुरु पातशाह जी ने
उस इलाके में आके गुरु साहब जी को मिलते हैं। उस तो बाद खिदराने की ढाब की जंग जी होंगी है, जिसनों अज मुक्तसर कहा जाता जिस स्थान। सो उस जंग में 40 के करीब सिंह जोड़े आए सन, ये सारे उस जंग में हिस्सा लेंदे ने और शहीदियां पाउंदे ने। इन्हां विच ही भाई महा सिंह है, और भाई महा सिंह जदों मैदाने जंग में जख्मी हो जाते हैं तो उन्होंने उस वेले जी आस अखीरली ख्वाहिश इको एक सी उन्होंने मन में कि गुरु पातशाह जी मैनू दर्शन बख्श देन, कि मैनू अपनी गोदी में लै लैन। पर गुरु समर्थ है, गुरु जानी जान है। गुरु पातशाह जी भाई महा सिंह के कोल जाते हैं, देखते हैं कि भाई साहब बुरी तरह जख्मी हो गए हैं। जिहड़ा कमर कस्सा उन्हें अपने पुत्रां दी लाशां वेले नहीं सी सामने वेख के खोलिया, अज अपने सिख की लाश सिख नूं चढ़ाई करता वेख के, जख्मी होया वेख के अपना कमर कस्सा खोल के भाई महा सिंह का मुखड़ा जिहड़ा मूँह साफ करते हैं, मूँह पूंजते हैं और पुछते हैं कि भाई महा सिंह दसो तुहाडी कोई मंग। तो उस वेले भाई महा सिंह ने यही मंग की सी कि गुरु साहब सानू बख्श लो, साडे वल्लों लिखिया होया विदावा जिहड़ा उन्होंने पाड़ दिओ। हुण गुरु किन्ने समर्थ है। गुरु साहब वेखो आनंदपुर साहब चला गया, पुत्र चले गए, घोड़ा नहीं रहा, जोड़ा नहीं रहा, बाज नहीं रहा, ताज नहीं रहा, पर गुरु पातशाह जी ने वो जी चिट्ठी विदावे के रूप में सिंघां ने लिख के दी सी, वो अपने कमर कस्से में संभाल के रखी सी। दो चीज़ां गुरु साहब ने हमेशा संभाल के रखियां, एक ये विदावे की चिट्ठी और दूसरी जी औरंगजेब ने कसम लिख के कुरान भेजी सी, वो भी गुरु साहब ने अपने को संभाल के रखी सी। सो गुरु साहब ने अपने कमर कस्से विचों विदावा जिहड़ा सी चिट्ठी लिखी, सिखां ने जिहड़ी लिखी सी कि असीं तेरे सिख नहीं ते तूं साडा गुरु नहीं, वो कड्डी ते कढ के उसथे भाई महा सिंह जी के सामने ही उन्होंने पाड़ दिता। सो इस तरह उसनूं आपां टुट्टी गंढी दिवस के नाम से भी जानिया जाता। बेशक अज इतिहासकारां की राय जिहड़ी वो अलग वख-वख राय रखते हैं इस विषय के संबंध में, पर पुरातन समय तो जी परंपरा आ रही है उस दे विच 40 मुक्ते जिहड़े चमकौर की गढ़ी में शहीद होए सिंह, उन्होंने भी मुक्ते कहा जाता है कि वो भी मुक्ति नूं प्राप्त होए। इत्थे मुक्तसर की जंग में शहीद होने वालों भी 40 मुक्ते कहा जाता। और दमदमा साहब की धरती पर जिन्होंने पूरा गुरु ग्रंथ साहब जी का पाठ अर्थां समेत पातशाह जी पासों सरवण कीता सी, उन्होंने भी मुक्ते कहा जाता है। सो अज इस दिवस ते इस दिहाड़े ते जदों आपां कोई भी दिहाड़ा मनाउने गुरु पातशाह जी का, गुरु सवारियो साडा मनोरथ की है कि असीं भी इस इतिहास तो कुछ ना कुछ सिक्ख्या लैके जाइए। साडे भी की सिक्ख्या है कि असीं इन्हां नूं बेदागीए सिंह कह दिंदे आ इतिहास विच, उन्हां नूं कई बार साडे प्रचारक बड़ियां होर तरह दी गल्लां करके भी असीं उन्हां नूं दुरकारदे हां कि उन्हां नूं लाहनतां पाईयां, लोकां ने उन्हां नूं दुरकारिया, बड़ियां इस तरह दी गल्लां करदे हां। पर उन्हां ने तां फिर गुरु दे सन्मुख जाके शहीदियां पा के जिहड़ा अपना विदावा पड़वा लिया। आपां अपने अंदर झाती मारीए कि असीं तां नहीं गुरु नूं विदावा लिख के बैठे होए। जे अज भी असीं गुरु वाले नहीं आ, जे गुरु के हुक्म अनुसार ही अपना जीवन नहीं बताउंदे तो समझ लो असीं भी उस विदावे दे ही पात्र हाँ। असीं भी गुरु नूं विदावा लिखिया किते ना किते कि गुरु साहब असीं तेरे दर ते तां आउणा, तैनूं सीस भी नवाउणा है, पर तेरा हुक्म नहीं मनना। असीं गुरु का हुक्म की है? गुरु पातशाह जी ने कहा सी कि मैनूं पुत्रां नालों भी सिख प्यारे ने, मैनूं सब नालों सब तो सिख प्यारा, खालसा सब तो प्यारा। पर जदों किसी ने पूछा नहीं कि गुरु पातशाह जी सिख तो भी कुछ प्यारी कोई चीज़ है, तो गुरु पातशाह ने उदों कहा सी रहत प्यारी मुझको सिख प्यारा ना है। कहते मैनूं बेशक सिख पुत्रां नालों प्यारे ने, पर वो सिख प्यारा जिहड़ा रहत विच है, सब तो प्यारी मैनूं रहत है। सो रहत तो वध के मेरे वास्ते कुछ नहीं है। रहत बिना न सिख कहावे, रहत बिना दर चोटां खावे। कहते सिख वो है जिहड़ा रहत विच है, जिसने दसी हुई रहत नूं धारण किया, अपना जीवन जो खंडे बाटे का पाहुल लैके ते 5 प्यारिਆਂ ਨੂੰ दसी हुई रहत नूं जो दृढ़ कराई सी, उस दे अनुसार ही अपना जीवन जिउंदा। उस सिख नूं मैं सब तो वध प्यार करदा, उस तो उपर मेरे